ਹੈਲੋ एवरीवन ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਦੀ ਕਲਾਸ 'ਚ। ਅੱਜ ਆਪਾਂ ਕਰਨ ਜਾ ਰਹੇ ਹਾਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ 8ਵੀਂ ਕਲਾਸ ਦੀ ਬੁੱਕ ਉਹਦਾ 8ਵਾਂ ਲੈਸਨ ਰਿਸਪੈਕਟ ਫॉर ਸਕੂਲ ਐਂਡ ਪਬਲਿਕ ਪ੍ਰੋਪਰਟੀ ਯਾਨੀ ਸਕੂਲ ਤੇ ਸਕੂਲ ਦੇ ਵਿੱਚ ਜਿਹੜੀਆਂ ਚੀਜ਼ਾਂ ਹੈਗੀਆਂ ਨੇ ਸਕੂਲ ਦੀ ਪ੍ਰੋਪਰਟੀ ਸੰਪਤੀ ਹੈਗੀ ਹੈ ਉਹਦੀ ਆਪਾਂ ਕਿਵੇਂ ਰਿਸਪੈਕਟ ਕਰਨੀ ਕਿਵੇਂ ਉਹਦਾ ਆਦਰ ਕਰਨਾ ਹੈ। ਲੈਟ ਅਸ ਹੈਲਪ ਪਬਲਿਕ ਪ੍ਰੋਪਰਟੀ ਇਨ ਹੈਲਪਿੰਗ ਅਸ यानी चलो आप देखते हैं भी जी पब्लिक प्रॉपर्टी हैगी वो साडे मदद या काम किवें आंदी है। इंट्रोडक्शन स्कूल एंड अदर पब्लिक प्रॉपर्टी लाइक हॉस्पिटल्स लाइब्रेरीज बैंक्स रेलवेज बसेस पार्क्स एक्सेट्रा आर सिग्निफिकेंट एसेट्स ऑफ द सोसाइटी। ਸਕੂਲ ਤੇ ਹੋਰ ਜਨਤਕ ਥਾਵਾਂ ਜਿਵੇਂ ਕਿ ਹਸਪਤਾਲ ਲਾਇਬ੍ਰੇਰੀਆਂ ਬੈਂਕ ਰੇਲਵੇ ਬੱਸਾਂ ਪਾਰਕ ਆਦਿ ਸਮਾਜ ਦੀ ਮਹੱਤਵਪੂਰਨ ਸੰਪਤੀ ਹੈਗੀ ਹੈ। ਦੇ ਆਰ ਬਿਲਟ ਵਿਦ ਗ੍ਰੇਟ ਐਫਰਟਸ ਤੇ ਇਹਨਾਂ ਨੂੰ ਬਹੁਤ ਮਿਹਨਤ ਨਾਲ ਬਣਾਇਆ ਜਾਂਦਾ ਹੈ। ਅ ਹਿਊਜ ਅਮਾਊਂਟ ਆਫ ਮਨੀ ਇਜ਼ ਇਨਵੈਸਟਡ ਇਨ देयर ਮੇਕਿੰਗ ਐਂਡ ਮੇਨਟੇਨੈਂਸ ਤੇ ਇਹਨਾਂ ਦੇ ਨਿਰਮਾਣ ਤੇ ਰੱਖ ਰਖਾਅ ਦੇ ਲਈ ਬਹੁਤ ਵੱਡੀ ਰਕਮ ਜਿਹੜੀ ਹੈਗੀ ਹੈ ਉਹ ਖਰਚੀ ਜਾਂਦੀ ਹੈ। Since these properties run on the taxes collected from people, hence are called public property. ਕਿਉਂਕਿ ਇਹਦਾ ਦਾ ਜਿਹੜਾ ਪੈਸਾ ਹੈਗਾ ਉਹ ਲੋਕਾਂ ਤੋਂ ਇਕੱਠਾ ਕੀਤਾ ਜਾਂਦਾ ਹੈ ਉਹਨਾਂ ਦੇ ਟੈਕਸਾਂ ਤੋਂ ਚੱਲਦੀ ਹੈ ਇਸੇ ਕਰਕੇ ਇਹਨਾਂ ਨੂੰ ਲੋਕਾਂ ਦੀ ਜਾਂ ਜਨਤਕ ਪ੍ਰੋਪਰਟੀ ਕਿਹਾ ਜਾਂਦਾ ਹੈ। So, it is the prime duty of all to preserve and maintain these properties. ਤੇ ਇਸੇ ਲਈ ਇਸ ਸੰਪਤੀ ਦੀ ਸੰਭਾਲ ਕਰਨਾ ਸਾਡੇ ਸਾਰਿਆਂ ਦਾ ਇੱਕ ਮੁੱਖ ਫਰਜ਼ ਬਣ ਜਾਂਦਾ ਹੈ। ਦੇ ਆਰ ਫॉर एवरीवन's यूज़ ਤੇ ਇਹ ਹਰ ਕਿਸੇ ਦੇ ਵਰਤੋਂ ਲਈ ਬਣੀ ਹੋਈ ਹੈ। If someone uses and ruins them, it creates a big problem for us when we need them. ਤੇ ਜੇਕਰ ਇਹਨਾਂ ਨੂੰ ਵਰਤੋਂ ਕਰਕੇ ਕੋਈ ਬੰਦਾ ਇਹਨਾਂ ਨੂੰ ਹਾਰਮ ਕਰਦਾ ਹੈ ਜਾਂ ਇਹਨਾਂ ਨੂੰ ਵਿਗਾੜ ਦਿੰਦਾ ਖਰਾਬ ਕਰ ਦਿੰਦਾ ਹੈ ਤਾਂ ਇਹ ਸਾਡੇ ਲਈ ਇੱਕ ਵੱਡੀ ਸਮੱਸਿਆ ਪੈਦਾ ਕਰਦਾ ਹੈ ਕਿਉਂਕਿ ਜਦੋਂ ਸਾਨੂੰ ਲੋੜ ਹੁੰਦੀ ਹੈ ਫਿਰ ਆਪਾਂ ਯੂਜ਼ ਹੀ ਨਹੀਂ ਕਰ ਪਾਵਾਂਗੇ ਸਾਰਿਆਂ ਦੇ ਪੈਸੇ ਤੋਂ ਹੀ ਚੱਲਦੀ ਹੈ ਨਾ ਇਹ। ਡੀਅਰ ਸਟੂਡੈਂਟਸ hope you all have understood about the public property। ਪਿਆਰੇ ਵਿਦਿਆਰਥੀਓ ਹੁਣ ਉਮੀਦ ਹੈ ਕਿ ਤੁਸੀਂ ਸਾਰੇ ਸਮਝ ਗਏ ਹੋਣੇ ਵੀ ਪਬਲਿਕ ਪ੍ਰੋਪਰਟੀ ਕਿਹੜੀ ਹੁੰਦੀ ਹੈ ਜਿਹੜੀ ਲੋਕਾਂ ਦੇ ਪੈਸੇ ਤੋਂ ਬਣਦੀ ਹੈ ਤੇ ਚੱਲਦੀ ਹੈ। ਟੁਡੇ ਵੀ ਸ਼ੈਲ ਪਰਫਾਰਮ ਸਮ ਐਕਟੀਵਿਟੀਜ਼ ਰਿਲੇਟਡ ਟੂ ਇਟ ਤੇ ਅਸੀਂ ਅੱਜ ਹੁਣ ਕੁਝ ਗਤੀਵਿਧੀਆਂ ਕਰਾਂਗੇ ਇਸ ਤੋਂ ਰਿਲੇਟਡ। ਗੈਸ ਕਰਨਾ ਹੈ ਤੁਸੀਂ ਹੂ ਐਮ ਆਈ ਮੈਂ ਕੌਣ ਹੈਗਾ। ਪਹਿਲਾ ਸਵਾਲ ਹੈਗਾ I have many cabinets full of books। ਮੇਰੇ ਕੋਲ ਬਹੁਤ ਸਾਰੇ ਕੈਬਨਿਟਸ ਨੇ ਜਾਂ ਆਪਾਂ ਕਹਿ ਸਕਦੇ ਹਾਂ ਅਲਮਾਰੀਆਂ ਦੇ ਖਾਨੇ ਨੇ ਜਿਨ੍ਹਾਂ 'ਚ ਕਿਤਾਬਾਂ ਭਰੀਆਂ ਹੋਈਆਂ ਨੇ। There are many chairs and tables and newspapers ਤੇ ਮੇਰੇ ਕੋਲ ਬਹੁਤ ਸਾਰੀਆਂ ਕੁਰਸੀਆਂ ਨੇ ਮੇਜ਼ ਨੇ ਤੇ ਅਖਬਾਰਾਂ ਵੀ ਨੇ। ਮੈਂ ਕੀ ਹੈਗਾ ਦੇਖੋ ਇਹਦਾ ਆਨਸਰ ਮੈਂ ਇੱਥੇ ਲਿਖਿਆ I am a library। ਮੈਂ ਕੀ ਹੈਗਾ ਇੱਕ ਲਾਇਬ੍ਰੇਰੀ ਹੈਗਾ ਕਿਉਂਕਿ ਇੱਥੇ ਲਾਇਬ੍ਰੇਰੀ ਦੀ ਗੱਲ ਹੋ ਰਹੀ ਹੈ। ਅਗਲਾ ਸਵਾਲ I have many beautiful flowers and plants। ਮੇਰੇ ਕੋਲ ਬਹੁਤ ਸਾਰੇ ਸੁੰਦਰ ਸੁੰਦਰ ਫੁੱਲ ਨੇ ਪੌਦੇ ਨੇ। I have lovely lawns also ਤੇ ਮੇਰੇ ਕੋਲ lawns ਵੀ ਹੈਗੇ ਨੇ ਜੋ ਬੜੇ ਸੋਹਣੇ ਸੋਹਣੇ ਨੇ। ਮੈਂ ਕੀ ਹੈਗਾ I am a park। ਪਾਰਕ ਦੀ ਗੱਲ ਹੋ ਰਹੀ ਹੈ। ਤੀਜਾ you come and take education here। ਤੁਸੀਂ ਇੱਥੇ ਆ ਕੇ ਸਿੱਖਿਆ ਲੈਂਦੇ ਹੋ। I am a very big building with many rooms। ਮੇਰੀ ਇੱਕ ਬਹੁਤ ਵੱਡੀ ਇਮਾਰਤ ਹੈਗੀ ਹੈ ਜਿਹਦੇ 'ਚ ਬਹੁਤ ਸਾਰੇ ਕਮਰੇ ਨੇ। ਲੈਬੋਰੇਟਰੀਜ਼ ਹੈਗੀਆਂ ਨੇ ਜਿਹਦੇ 'ਚ ਆਪਾਂ ਐਕਸਪੈਰੀਮੈਂਟ ਕਰਦੇ ਨੇ। ਲਾਇਬ੍ਰੇਰੀ ਹੈਗੀ ਹੈ ਪਲੇਗਰਾਊਂਡਸ ਹੈਗੇ ਨੇ ਖੇਡ ਦੇ ਮੈਦਾਨ ਐਂਡ ਕਿਚਨ ਸ਼ੈਡ ਜਿੱਥੇ ਖਾਣਾ ਬਣਦਾ। ਮੈਂ ਕੀ ਹੈਗਾ ਜਿੱਥੇ ਆਪਾਂ ਪੜ੍ਹਨ ਜਾਂਦੇ ਹਾਂ ਕੀ ਹੁੰਦਾ ਆਈ ਐਮ ਅ ਸਕੂਲ। ਆਈ ਐਮ ਅ ਹਿਊਜ ਬਿਲਡਿੰਗ ਮੈਂ ਇੱਕ ਬਹੁਤ ਵੱਡੀ ਇਮਾਰਤ ਹਾਂ। ਸਿਕ ਪੀਪਲ ਕਮ ਟੂ ਮੀ ਐਂਡ ਗੈਟ ਦੇਅਰ ਟ੍ਰੀਟਮੈਂਟ ਬਿਮਾਰ ਲੋਕ ਮੇਰੇ ਕੋਲ ਆਉਂਦੇ ਨੇ ਤੇ ਇੱਥੇ ਆਪਣਾ ਇਲਾਜ ਕਰਾਉਂਦੇ ਨੇ। ਕਿਹੜੀ ਇਮਾਰਤ ਹੌਸਪੀਟਲ। ਅਗਲਾ ਆਈ ਹੈਵ ਮੈਨੀ ਵੀਲਸ ਐਂਡ ਸੀਟਸ ਮੇਰੇ ਕੋਲ ਬਹੁਤ ਸਾਰੇ ਪਹੀਏ ਵੀ ਹੈਗੇ ਨੇ ਤੇ ਸੀਟਾਂ ਵੀ ਹੈਗੀਆਂ ਨੇ। ਪੀਪਲ ਸਿਟ ਔਨ ਸੀਟਸ ਐਂਡ ਗੋ ਫਰੋਮ ਵਨ ਪਲੇਸ ਟੂ ਅਨਦਰ ਲੋਕ ਜਿਹੜੇ ਨੇ ਮੇਰੀਆਂ ਸੀਟਾਂ ਦਾ ਇਸਤੇਮਾਲ ਕਰਦੇ ਨੇ ਤੇ ਇੱਕ ਥਾਂ ਤੋਂ ਦੂਜੀ ਥਾਂ ਜਾਂਦੇ ਨੇ। ਮੈਂ ਕੀ ਹੈਗਾ ਆਈ ਐਮ ਅ ਟ੍ਰੇਨ। Now, you are aware that these 5 are the parts of the public property। ਹੁਣ ਤੁਸੀਂ ਜਾਣਦੇ ਹੋ ਕਿ ਇਹ 5 ਜਿਹੜੀਆਂ ਥਾਵਾਂ ਨੇ ਪਬਲਿਕ ਪ੍ਰੋਪਰਟੀ ਦਾ ਹਿੱਸਾ ਹੈਗੀਆਂ ਨੇ।
ਡੂ ਯੂ ਨੋ ਵਾਈ ਆਰ these called ਪਬਲਿਕ ਪ੍ਰੋਪਰਟੀ? ਤੁਹਾਨੂੰ ਪਤਾ ਹੈ ਇਹਨਾਂ ਨੂੰ ਪਬਲਿਕ ਪ੍ਰੋਪਰਟੀ ਕਿਉਂ ਕਿਹਾ ਜਾਂਦਾ ਹੈ? ਦੇਖੋ, the reason why these 5 properties are called public property ਕਿਉਂ ਕਿਹਾ ਜਾਂਦਾ ਹੈ is that a huge amount of money is invested in their making and maintenance, ਕਿਉਂਕਿ ਇਹਨਾਂ ਨੂੰ ਚਲਾਉਣ ਦੇ ਲਈ, ਬਣਾਉਣ ਦੇ ਲਈ ਬਹੁਤ ਸਾਰਾ ਪੈਸਾ ਲੱਗਿਆ ਹੋਇਆ ਹੈ। since these properties run on the taxes collected from people, ਤੇ ਚਲਦੀਆਂ ਵੀ ਪੈਸੇ ਤੇ ਹੈਗੀਆਂ ਜੋ ਲੋਕਾਂ ਤੋਂ ਆਪਾਂ ਇਕੱਠਾ ਕਰਦੇ ਹਾਂ ਟੈਕਸ ਦੇ ਨਾਂ ਤੇ, ਹੈਂਸ ਦੇ ਆਰ ਕਾਲਡ ਪਬਲਿਕ ਪ੍ਰੋਪਰਟੀ। ਇਸੇ ਕਰਕੇ ਇਹਨਾਂ ਨੂੰ ਪਬਲਿਕ ਪ੍ਰੋਪਰਟੀ ਕਿਹਾ ਜਾਂਦਾ ਹੈ। ਅੱਗੇ ਚੱਲਦੇ ਹਾਂ। Now we will discuss what will be the result if we don't take care of these assets। ਹੁਣ ਆਪਾਂ ਇਹ ਚਰਚਾ ਕਰਾਂਗੇ ਵੀ ਜੇਕਰ ਅਸੀਂ ਇਹਨਾਂ ਚੀਜ਼ਾਂ ਦਾ ਧਿਆਨ ਨਹੀਂ ਰੱਖਦੇ ਤਾਂ ਫਿਰ ਕੀ ਅਸਰ ਹੋਏਗਾ, ਰਿਜ਼ਲਟ ਕੀ ਹੋਏਗਾ। ਦੇਖੋ, ਇੱਥੇ ਮੈਂ ਆਨਸਰ ਲਿਖਿਆ ਹੈ, ਇਫ ਵੀ ਡੋਂਟ ਟੇਕ ਕੇਅਰ ਆਫ ਥੀਸ ਐਸੈਟਸ ਵੀ ਮੇ ਫੇਸ ਦ ਫੋਲੋਇੰਗ ਪ੍ਰੋਬਲਮਸ। ਜੇ ਇਹਨਾਂ ਚੀਜ਼ਾਂ ਦਾ ਧਿਆਨ ਨਹੀਂ ਰੱਖਾਂਗੇ, ਦੇਖਭਾਲ ਨਹੀਂ ਕਰਾਂਗੇ ਤਾਂ ਸਾਨੂੰ ਹੇਠ ਲਿਖੀਆਂ ਸਮੱਸਿਆਵਾਂ ਆ ਸਕਦੀਆਂ ਨੇ, ਉਹਨਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਕੀ ਨੇ? ਪਬਲਿਕ ਐਸੈਟਸ ਆਰ ਬਿਲਡ ਬਾਈ ਦ ਗਵਰਨਮੈਂਟ ਫॉर ਦ ਯੂਜ਼ ਆਫ ਆਲ ਪੀਪਲ ਵਿਦਆਊਟ ਔਰ ਮਿਨੀਮਮ ਚਾਰਜ। ਦੇਖੋ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਇਹ ਸਰਕਾਰ ਦੁਆਰਾ ਬਣਾਈਆਂ ਜਾਂਦੀਆਂ ਨੇ ਜੋ ਲੋਕ ਇਸਤੇਮਾਲ ਕਰ ਸਕਦੇ ਨੇ ਬਿਨਾਂ ਪੈਸੇ ਤੋਂ ਜਾਂ ਘੱਟ ਤੋਂ ਘੱਟ ਪੈਸੇ ਦੇ ਕੇ। ਆਲ ਥੀਸ ਐਸੈਟਸ ਆਰ ਰਨ ਔਨ ਟੈਕਸ ਮਨੀ। ਇਹ ਸਾਰੀਆਂ ਚੱਲਦੀਆਂ ਕਿਵੇਂ ਨੇ? ਜਿਹੜਾ ਪੈਸਾ ਆਪਾਂ ਟੈਕਸ ਤੋਂ ਇਕੱਠਾ ਕਰਦੇ ਨੇ ਲੋਕਾਂ ਤੋਂ। ਸੋ ਫੁੱਲ ਸਟਾਪ ਲਾ ਕੇ, ਸੋ ਵੀ ਹੈਵ ਟੂ ਮੇਨਟੇਨ ਔਰ ਕੀਪ them ਕਲੀਨ। ਇਸੇ ਕਰਕੇ ਸਾਡੇ ਪੈਸੇ ਤੋਂ ਚੱਲਦੀਆਂ ਤੇ ਆਪਣੇ ਪੈਸੇ ਤੋਂ ਚੱਲਣ ਵਾਲੀ ਚੀਜ਼ ਨੂੰ ਤਾਂ ਸਾਫ਼ ਰੱਖਣਾ ਚਾਹੀਦਾ ਹੈ ਨਾ, ਹਾਰਮ ਨਹੀਂ ਕਰਨਾ ਚਾਹੀਦਾ, ਨੁਕਸਾਨ ਨਹੀਂ ਪਹੁੰਚਾਉਣਾ ਚਾਹੀਦਾ। ਇਫ ਵੀ ਡੋਂਟ ਟੇਕ ਕੇਅਰ ਆਫ them ਇਟ ਕ੍ਰੀਏਟਸ ਅ ਬਿਗ ਪ੍ਰੋਬਲਮ ਫॉर us when we need them। ਜੇ ਨਹੀਂ ਆਪਾਂ ਇਹਨਾਂ ਦਾ ਵੱਲ ਧਿਆਨ ਦੇਵਾਂਗੇ, ਦੇਖ ਰੇਖ ਕਰਾਂਗੇ ਤਾਂ ਜਦ ਸਾਨੂੰ ਲੋੜ ਹੋਏਗੀ ਤਾਂ ਸਾਡੇ ਲਈ ਪ੍ਰੋਬਲਮ ਬਣ ਸਕਦਾ ਹੈ। ਜੇ ਤਾਂ ਤੁਸੀਂ ਉਹ ਆਨਸਰ ਲਿਖਣਾ ਹੈ ਉਹ ਵੀ ਠੀਕ ਹੈ, ਜੇ ਹੋਰ ਐਡ ਕਰਨਾ ਹੈ ਤਾਂ ਇਹ ਵੀ ਲੈ ਸਕਦੇ ਹੋ। ਡੈਮੇਜਿੰਗ ਪਬਲਿਕ ਪ੍ਰੋਪਰਟੀਜ਼ ਆਰ ਓਨ ਲਾਸ। ਜੇ ਆਪਾਂ ਪਬਲਿਕ ਪ੍ਰੋਪਰਟੀ ਨੂੰ ਨੁਕਸਾਨ ਪਹੁੰਚਾਉਂਦੇ ਹਾਂ ਤਾਂ ਅਸੀਂ ਆਪਣੇ ਆਪ ਨੂੰ ਨੁਕਸਾਨ ਪਹੁੰਚਾ ਰਹੇ ਹਾਂ। ਕਿਉਂ? ਬਿਕਾਜ਼ ਪਬਲਿਕ ਐਸੈਟਸ ਆਰ ਬਿਲਡ ਬਾਈ ਦ ਗਵਰਨਮੈਂਟ ਫॉर ਯੂਜ਼ ਆਫ ਆਲ ਪੀਪਲ। ਸਾਰੇ ਲੋਕ ਇਸਤੇਮਾਲ ਕਰ ਸਕਣ, ਇਸੇ ਕਰਕੇ ਸਰਕਾਰ ਬਣਾਉਂਦੀ ਹੈ। all these assets run on tax money। ਇਹ ਸਾਰਾ ਟੈਕਸ ਮਨੀ ਤੇ ਚੱਲਦਾ ਹੈ। ਸੋ ਇਫ ਵੀ ਡੋਂਟ ਮੇਨਟੇਨ them, ਜੇ ਆਪਾਂ ਇਹਨਾਂ ਦੀ ਦੇਖ ਰੇਖ ਨਹੀਂ ਕਰਦੇ, ਇਟ ਇਜ਼ ਅ ਵੇਸਟ ਆਫ ਆਰ ਓਨ ਮਨੀ ਟੂ। ਆਪਾਂ ਆਪਣੇ ਪੈਸੇ ਨੂੰ ਬਰਬਾਦ ਕਰ ਰਹੇ ਹਾਂ। ਡੈਮੇਜ ਟੂ these properties leads to a lack of amenities for the people of our own country। ਜੇ ਇਹ ਸੁਵਿਧਾਵਾਂ ਨਹੀਂ ਹੋਣਗੀਆਂ, ਇਹ ਚੀਜ਼ਾਂ ਨਹੀਂ ਹੋਣਗੀਆਂ ਤਾਂ ਸਾਡੇ ਲੋਕਾਂ ਨੂੰ ਜਿਹੜੀ ਸੁਵਿਧਾ ਚਾਹੀਦੀ ਹੈ ਉਹ ਨਹੀਂ ਹੋਏਗੀ। ਐਂਡ ਅਫੈਕਟਸ ਦ ਡਿਵੈਲਪਮੈਂਟ ਆਫ ਆਰ ਕੰਟਰੀ। ਤੇ ਲੋਕ ਤਰੱਕੀ ਕਿਵੇਂ ਕਰਨਗੇ ਜੇ ਬੱਸਾਂ ਹੀ ਨਹੀਂ ਹੋਣਗੀਆਂ? ਜੇ ਆਪਾਂ ਅੱਗ ਲਾ ਦਾਂਗੇ ਬੱਸਾਂ ਨੂੰ, ਫਾੜ ਦਾਂਗੇ ਸੀਟਾਂ ਨੂੰ, ਨੁਕਸਾਨ ਪਹੁੰਚਾਵਾਂਗੇ। ਇਫ ਵੀ ਡੋਂਟ ਟੇਕ ਕੇਅਰ ਆਫ them ਇਟ ਕ੍ਰੀਏਟਸ ਅ ਬਿਗ ਪ੍ਰੋਬਲਮ ਫॉर us when we need them। ਤੇ ਜੇ ਇਹਨਾਂ ਦੀ ਠੀਕ ਤਰੀਕੇ ਨਾਲ ਦੇਖਭਾਲ ਨਹੀਂ ਕਰਾਂਗੇ ਤਾਂ ਫਿਰ ਜਦ ਸਾਨੂੰ ਲੋੜ ਹੋਏਗੀ ਸਾਨੂੰ ਦਿੱਕਤ ਆਏਗੀ। ਅੱਗੇ ਚੱਲਦੇ ਹਾਂ, ਇੱਕ ਹੋਰ ਐਕਟੀਵਿਟੀ ਦਿੱਤੀ ਹੋਈ ਹੈ। ਡੀਅਰ ਚਿਲਡਰਨ, today we will do an activity in which you have to give the following details। ਹੁਣ ਆਪਾਂ ਇੱਕ ਗਤੀਵਿਧੀ ਕਰਾਂਗੇ ਜਿਸ ਵਿੱਚ ਤੁਹਾਨੂੰ ਇਹ ਸਾਰੀਆਂ ਡਿਟੇਲਸ ਦੇਣੀਆਂ ਨੇ। ਕਿਹੜੀਆਂ ਡਿਟੇਲਸ ਨੇ? ਡਿਫਰੈਂਟ ਏਰੀਆਜ਼ ਆਫ ਯੋਰ ਸਕੂਲ। ਤੁਹਾਡੇ ਸਕੂਲ ਦੇ ਵੱਖ-ਵੱਖ ਕਿਹੜੇ ਏਰੀਆਜ਼ ਨੇ, ਵੇਅਰ ਦ ਕੇਅਰ ਇਜ਼ ਰਿਕੁਆਇਰਡ, ਤੇ ਉਹਨਾਂ ਦੀ ਦੇਖਭਾਲ ਆਪਾਂ ਕਰ ਸਕਦੇ ਹਾਂ, ਕਿਹੜੇ ਹਿੱਸਿਆਂ ਦੀ ਕਰ ਸਕਦੇ ਹਾਂ ਤੇ ਕਿਵੇਂ। ਦੇਖੋ, ਮੈਂ ਇੱਥੇ ਲਿਖਿਆ ਨੇ ਆਨਸਰ। ਸਭ ਤੋਂ ਪਹਿਲਾਂ ਮੈਂ ਗਰਾਊਂਡ ਦੀ ਗੱਲ ਕੀਤੀ ਹੈ, ਪਲੇਗਰਾਊਂਡ ਦੀ। ਬਿਊਟੀਫਾਈ ਦ ਸਕੂਲ ਬਾਈ ਪਿਕਿੰਗ ਵੀਡਸ, ਪਲਾਂਟਿੰਗ ਫਲਾਵਰਸ, ਪਿਕਿੰਗ ਟਰੈਸ਼ ਫਰੋਮ ਦ ਪਾਰਕ। ਆਪਾਂ ਸਕੂਲ ਨੂੰ ਸੋਹਣਾ ਬਣਾ ਸਕਦੇ ਹਾਂ ਖੇਡ ਦੇ ਮੈਦਾਨ ਵਿੱਚੋਂ ਜਿਹੜੇ ਸਾਨੂੰ ਬੂਟੇ ਨਹੀਂ ਚਾਹੀਦੇ ਹੁੰਦੇ ਉਹ ਹਟਾ ਕੇ, ਫਲਾਵਰਸ ਫੁੱਲ ਲਾ ਕੇ, ਤੇ ਜਿਹੜਾ ਕੂੜਾ ਹੈਗਾ ਉਹ ਚੱਕ ਕੇ। ਸਟਾਰਟਿੰਗ ਅ ਗਾਰਡਨ, ਜਾਂ ਤੁਸੀਂ ਸਟਾਰਟ ਕਰ ਸਕਦੇ ਹੋ ਇੱਕ ਗਾਰਡਨ ਨੂੰ। ਟੀਚਰਸ ਇੱਥੇ ਆਏਗਾ ਐਂਡ ਸਟੂਡੈਂਟਸ ਕੈਨ ਸਟਾਰਟ ਅ ਵੈਜੀਟੇਬਲ ਗਾਰਡਨ। ਤੁਸੀਂ ਇੱਕ ਸਬਜ਼ੀਆਂ ਦਾ ਬਾਗ ਸ਼ੁਰੂ ਕਰ ਸਕਦੇ ਹੋ। ਫਲਾਵਰ ਗਾਰਡਨ, ਫੁੱਲਾਂ ਦਾ ਬਾਗ ਸ਼ੁਰੂ ਕਰ ਸਕਦੇ ਹੋ। ਐਂਡ ਐਜੂਕੇਸ਼ਨਲ ਐਕਟੀਵਿਟੀਜ਼ ਕੈਨ ਬੀ ਪਰਫਾਰਮ ਦੇਅਰ, ਤੇ ਉੱਥੇ ਬੱਚਿਆਂ ਨੂੰ ਦੱਸ ਸਕਦੇ ਹੋ ਵੀ ਵੱਖ-ਵੱਖ ਹਿੱਸੇ ਕਿਹੜੇ ਹੁੰਦੇ ਨੇ, ਇੱਕ ਪਲਾਂਟ ਦੇ, ਇੱਕ ਪੌਦੇ ਦੇ, ਹੋਰ ਗਤੀਵਿਧੀਆਂ ਹੋ ਸਕਦੀਆਂ ਨੇ, ਹੈ ਨਾ। ਤੀਜਾ, ਕਲਾਸਰੂਮ। ਡੂ ਨਾਟ ਸਕ੍ਰਿਬਲ ਔਨ ਦ ਬੈਂਚਿਸ ਔਰ ਔਨ ਦ ਵਾਲਸ। ਕਹਿਣ ਦਾ ਮਤਲਬ ਇੱਥੇ ਵਾਲਸ ਲਿਖ ਸਕਦੇ ਹੋ, ਦੀਵਾਰਾਂ 'ਤੇ ਗੰਦ ਨਾ ਪਾਓ ਜਾਂ ਬੈਂਚ 'ਤੇ ਨਾ ਲਿਖੋ। ਕੀਪ ਦ ਕਲਾਸਰੂਮ ਨੀਟ ਐਂਡ ਕਲੀਨ। ਕਲਾਸ ਨੂੰ ਸਾਫ਼ ਰੱਖੋ, ਸਾਫ਼ ਸੁਥਰਾ ਰੱਖਣਾ ਬਹੁਤ ਜ਼ਰੂਰੀ ਹੈਗਾ ਨਾ।
अगला लाइब्रेरी, मेंटेन साइलेंस इन द लाइब्रेरी एंड डू नॉट टीयर बुक्स और स्टील दैम, ना तो बुक्स फाड़ो ना उन्हां दी चोरी करो ते उत्थे शांति नाल बैठ के पढ़ो। लैबोरेटरी जिथे एक्सपैरीमेंट हुंदे ने, डू नॉट ब्रेक द इक्विपमेंट, उत्थे दा समान ना तोड़ो एंड डू नॉट डू एनी एक्सपैरीमेंट विदाउट द टीचर, ते उत्थे कोई भी एक्सपैरीमेंट टीचर की निगरानी तो बिना नहीं करना चाहिए। अगला कॉरीडोर, जिवें रस्ता हुंदा ना एक क्लास तो दूजी क्लास तक जाण दा, कीप द कॉरीडोर क्लीन, उन्होंने साफ रखो एंड पेस्ट इंटरस्टिंग एंड मोटिवेशनल कोट्स टू इंप्रूव द लर्निंग, उत्थे वधिया वधिया कोट्स लाओ जिहदे नाल बच्चे दा ज्ञान जिहड़ा है उहदे च वाधा होए। अगे चलते हैं, हुण आपां एक्टिविटी एक होर दित्ती हुई है। वी हैव अ टेबल इन विच नंबर्स आर रिटन फ्रॉम 1 to 20, एक टेबल हैगा जिहदे च 1 तो लैके 20 तक नंबर लिखे हुए ने। इट इज़ अ वेरी इंटरस्टिंग गेम दैट वी आर गोइंग टू प्ले, हुण आपां बड़ी बहुत ज़्यादा दिलचस्प खेड खेडन जा रहे हैं। वन स्टूडेंट विल प्रिपेयर स्लिप्स नंबर्ड 1 to 10, यानी एक बच्चा 1 तो लैके 20 तक दियां पर्चियां तैयार करेगा। कम 1 by 1 एंड पिक अप अ स्लिप, फिर ਜਿਹੜੀਆਂ ਆਪਾਂ ਸਲਿਪਸ ਤਿਆਰ ਕੀਤੀਆਂ ਡੱਬੇ 'ਚ ਪਾ ਦਾਂਗੇ ਤੇ ਇੱਕ ਇੱਕ ਕਰਕੇ ਬੱਚਾ ਆਏਗਾ ਤੇ ਉਹ ਆਪਣੀ ਪਰਚੀ ਕੱਢੇਗਾ। ਫॉर द नंबर ऑन द स्लिप राइट अ वे इन विच यू कैन कॉन्ट्रीब्यूट टू मेक योर स्कूल ब्यूटिफुल एंड टू मेनटेन द स्कूल प्रॉपर्टी, ਜਿਹੜਾ ਵੀ ਨੰਬਰ ਆਏਗਾ ਤੁਸੀਂ ਉਹ ਨੰਬਰ ਆਪਣੇ ਕੋਲ ਰੱਖਣਾ ਹੈ, ठीक है। तो तुसी ये दसना है भी तुसी की योगदान पा सकते हो अपने स्कूल नू सुंदर बनाने दे लई, है ना, ते अपने स्कूल दी प्रॉपर्टी नू सही सलामत रखण दे लई। ये तुसी टेबल च इदां करके जो भी नंबर आया, मान लो तुहाडा 1 नंबर है, इत्थे लिखना है, जे ये 13वां नंबर आया तुसी इत्थे लिखना है। इफ द स्लिप इज रिपीटेड, जे स्लिप रिपीट हो रही है, 2 बंदियां कोल 13 नंबर आ रहा है, एड अनदर पॉइंट टू द सेम नंबर, उसे नंबर तुसी 2 पॉइंट भी तो लिख सकते हो, 1 पॉइंट दूजा पॉइंट। ऑल द सुजैशंस ऑब्टेन्ड आर टू बी नोटेड डाउन बाय ऑल, जो जो सुझाव सारे बंदे दे रहे हैं तुसी एक एक करके उन्होंने नोट करना है। ये हो सकती है गतिविधि जिवें आपां इत्थे लिखे ने, तुसी अगे वध सकते हो, मैं 6 तक लिखे ने पॉइंट्स, तुसी अगे 20 तक लिख सकते हो। एक होर एक्टिविटी दिती हुई है, डियर स्टूडेंट्स, प्यारे बच्चों, till now we have learned how public property belongs to all, ਹੁਣ तक ਅਸੀਂ ਇਹ ਸਿੱਖ ਲਿਆ ਹੈ ਵੀ ਜਿਹੜੀ ਪਬਲਿਕ ਪ੍ਰਾਪਰਟੀ ਹੈ ਉਹ ਸਾਰਿਆਂ ਦੀ ਹੁੰਦੀ ਹੈ, ਕਿਸੇ ਇਕੱਲੇ ਬੰਦੇ ਦੀ ਤਾਂ ਹੁੰਦੀ ਨਹੀਂ। ਲੈਟਸ ਸੀ ਹਾਊ ਡੂ ਯੂ ਕੇਅਰ ਫॉर द डिफरेंट एंटिटीज़ ऑफ योर स्कूल, ਹੁਣ ਆਪਾਂ ਦੇਖਦੇ ਹਾਂ ਵੀ ਤੁਸੀਂ ਵੱਖ-ਵੱਖ ਜਿਹੜੀਆਂ ਚੀਜ਼ਾਂ ਨੇ ਸਕੂਲ ਦੀ ਉਵੇਂ ਉਹਨਾਂ ਦੀ ਕਿਵੇਂ ਰੱਖਿਆ ਕਰਦੇ ਹੋ। ਇਹੀ ਪੁਆਇੰਟਸ ਉੱਤੇ ਵੀ ਦੇ ਸਕਦੇ ਸੀ ਜਿਹੜੇ 20 ਪੁਆਇੰਟ ਆਪਾਂ ਲਿਖਣੇ ਸੀ। ਇਹ ਹੈਗੇ ਨੇ ਸਵਾਲ, ਇਹ ਜੋ ਤੁਸੀਂ ਹਮੇਸ਼ਾ ਕਰਦੇ ਹੋ ਆਲਵੇਜ਼, ਜੇ ਕਦੇ ਕਦੇ ਕਰਦੇ ਹੋ ਸਮਟਾਈਮਸ, ਜੇ ਕਦੇ ਨਹੀਂ ਕਰਦੇ ਤਾਂ ਨੈਵਰ ਮਾਰਕ ਕਰਨਾ। ਪਹਿਲਾ, आई मेनटेन साइलेंस वाइल सिटिंग इन लाइब्रेरी, मैं लाइब्रेरी च बैठ के चुप रहंदा हमेशा। आई राइट ऑन द स्कूल वॉल्स, मैं स्कूल दी कंधां ते दीवारां ते लिखदा, कदे भी नहीं, गंद नहीं पाना चाहिए। आई टीयर पेजिस फ्रॉम द लाइब्रेरी बुक्स, लाइब्रेरी दियां किताबां तो मैं पेज फाड़दा, कदे भी नहीं। आई प्लक फ्लावर्स फ्रॉम द स्कूल गार्डन पार्क, स्कूल दा जिहड़ा पार्क हैगा, जिहड़ा गार्डन हैगा उहदे तो मैं फुल तोड़दा रहना, कदे भी नहीं। आई थ्रो वेस्ट पेपर्स एंड स्प्रेड फूड क्रम्स इन द स्कूल ग्राउंड ड्यूरिंग रिसैस, रिसैस दे विच खाने दे टुकड़े इधर उधर सिटदा रहंदा, वेस्ट पेपर सिटदा रहंदा, नहीं, नेवर। आई राइट नेम्स ऑन द स्कूल बेंचिस विद ब्लेड पेन, ब्लेड ते पेन दे नाल मैं ना लिखदा रहंदा स्कूल दे बेंचां ते ना जी। 7th, आई ब्रेक द विंडो पेन्स, जिहड़ा अपना विंडो दा खिड़की दा आला दुआला नहीं हुंदा, मैं वो तोड़दा रहना, कदे भी नहीं। आई प्ले विद चौक, चौक नाल खेडदा रहंदा, नेवर। आई नेवर केयर whether the fans in the classroom or corridors are switched on or off, मैं परवाह ही नहीं करदा भी ਜਿਹੜੇ ਪੱਖੇ ਹੈ ਉਹ ਚੱਲ ਰਹੇ ਨੇ ਨਹੀਂ ਚੱਲ ਰਹੇ, मैं उदां ही छड़ दिंदा, नहीं, मैं हमेशा बंद करदा। आई यूजुअली spit here and there in the school, मैं इधर उधर थुकदा रहंदा स्कूल दे विच, कदे भी नहीं, तो सानू ये काम करना भी नहीं चाहिए, साफ सुथरा रखना चाहिए। हुण देखो तुसी अपने आप नू नंबर देने ने, जे पहले सवाल च तुसी ऑलवेज मार्क कीता है तां तुसी अपने आप नू 3 नंबर देने ने, जेकर तुसी समटाइम्स मार्क कीता है पहले सवाल दे विच तां तुसी 2 नंबर देने ने, जे नैवर मार्क कीता है तां 1, उवें करके दूजे सवाल विच जे ऑलवेज मार्क कीता है तां 1 नंबर,
ਜੇ ਸਮਟਾਈਮਸ ਕੀਤਾ ਹੈ 2 ਨੰਬਰ, ਨੈਵਰ ਕੀਤਾ ਹੈ ਤਾਂ 3 ਨੰਬਰ। ਤੇ ਜੇ ਤਾਂ ਤੁਹਾਡੇ ਨੰਬਰ 25 ਤੋਂ 30 ਤੱਕ ਹੈਗੇ ਨੇ ਯਾਨੀ ਜ਼ਿਆਦਾ ਹੈਗੇ ਨੇ, ਗੁੱਡ। ਮੀਡੀਅਮ 16 ਤੋਂ ਲੈ ਕੇ 24 ਤੱਕ, ਲੋ ਯਾਨੀ ਘੱਟ ਹੈਗੇ ਨੇ ਜੇ 10 ਤੋਂ ਲੈ ਕੇ 15 ਤੱਕ ਬਣ ਰਹੇ ਨੇ। ਨਾਓ ਯੂ ਹੈਵ ਕਮ ਟੂ ਨੋ ਅਬਾਊਟ ਯੋਰ ਲੈਵਲ, ਯੋਰ ਨਹੀਂ ਆਏਗਾ, ਯੂ ਆਏਗਾ। ਹੁਣ ਤੁਹਾਨੂੰ ਤੁਹਾਡਾ ਲੈਵਲ ਪਤਾ ਲੱਗ ਗਿਆ, ਹਾਈ ਹੈ, ਮੀਡੀਅਮ ਹੈ ਜਾਂ ਲੋ ਹੈ। ਟਰਾਈ ਟੂ ਅਪਗ੍ਰੇਡ ਯੋਰ ਲੈਵਲ, ਇਹਨੂੰ ਵਧਾਉਣ ਦੀ ਕੋਸ਼ਿਸ਼ ਕਰੋ। ਹਾਊ ਵਿਲ ਯੂ ਡੂ ਦਿਸ, ਤੁਸੀਂ ਕਿਵੇਂ ਕਰੋਗੇ ਜੋ ਤੁਸੀਂ ਨਹੀਂ ਕਰਦੇ ਸੀ, ਠੀਕ ਹੈ। ਜਿਵੇਂ ਤੁਸੀਂ ਕਹਿ ਰਹੇ ਹੋ ਵੀ ਆਈ ਯੂਜੂਅਲੀ ਸਪਿਟ ਹੀਅਰ ਐਂਡ ਦੇਅਰ, ਤੁਸੀਂ ਲਿਖੋਗੇ ਆਈ ਵੋਂਟ, ਮੈਂ ਇਹ ਕੰਮ ਨਹੀਂ ਕਰਾਂਗਾ, ਇੱਧਰ ਉੱਧਰ ਹੁਣ ਨਹੀਂ ਥੁੱਕਾਂਗਾ। I never care whether the fans in the classroom or corridors are switched on or off. I'll care. I will care. मैं करांगा। फ्यूचर ਦੀ ਗੱਲ ਹੋ ਰਹੀ ਹੈ, will ਆ ਜਾਊਗਾ, ਠੀਕ ਹੈ। ਤਾਂ ਉਹ ਪੁਆਇੰਟਸ ਤੁਸੀਂ ਇੱਧਰ ਲਿਖ ਦੇਣੇ ਨੇ। You have to motivate others also to do the same, ਤੇ ਤੁਸੀਂ ਦੂਜਿਆਂ ਨੂੰ ਵੀ ਪ੍ਰੋਤਸਾਹਿਤ ਕਰਨਾ ਹੈ ਵੀ ਉਹ ਇੱਦਾਂ ਕਰਨ, ਦੇਖ ਰੇਖ ਰੱਖਣ ਆਪਣੇ ਸਕੂਲ ਦੇ ਸਮਾਨ ਦੀ। Think and write, सोच के लिखना है। Dear students, प्यारे बच्चों, we have seen public property is very important to us। ਅਸੀਂ ਦੇਖ ਲਿਆ ਵੀ ਜਿਹੜੀ public property ਹੈਗੀ ਹੈ ਉਹ ਸਾਡੇ ਲਈ ਬਹੁਤ ਮਹੱਤਵਪੂਰਨ ਹੈਗੀ ਹੈ। It plays a very significant role in our life, ਤੇ ਸਾਡੀ ਜ਼ਿੰਦਗੀ 'ਚ ਬਹੁਤ ਅਹਿਮ ਰੋਲ ਪਲੇ ਕਰਦੀ ਹੈ। Now answer the following questions in this concern। ਹੁਣ ਇਹਨਾਂ ਸਵਾਲਾਂ ਦੇ ਤੁਸੀਂ ਜਵਾਬ ਦੇਣੇ ਨੇ। ਪਹਿਲਾ, we cannot imagine our lives without public property। how? ਅਸੀਂ ਆਪਣੀ ਜ਼ਿੰਦਗੀ ਬਾਰੇ ਸੋਚ ਨਹੀਂ ਸਕਦੇ, ਕਲਪਨਾ ਹੀ ਨਹੀਂ ਕਰ ਸਕਦੇ ਪਬਲਿਕ ਪ੍ਰੋਪਰਟੀ ਤੋਂ ਬਿਨਾ। ਜੇ ਉਹ ਗੱਲ ਹੈਗੀ ਹੈ ਸੱਚ ਤਾਂ ਕਿਵੇਂ? ਤੇ ਇਹਦਾ ਆਨਸਰ ਮੈਂ ਇੱਥੇ ਲਿਖਿਆ ਹੈ, we cannot imagine our lives without public property because, ਕਿਉਂ ਨਹੀਂ ਇਮੈਜਿਨ ਕਰ ਸਕਦੇ, ਕਿਉਂ ਨਹੀਂ ਕਲਪਨਾ ਕਰ ਸਕਦੇ? Society is dependent on public property। society ਨਿਰਭਰ ਕਰਦੀ ਹੈ public property ਤੇ। We use buses, trains for traveling without spending much money in day to day life। ਜ਼ਿਆਦਾ ਪੈਸੇ ਵੀ ਨਹੀਂ ਖਰਚਣੇ ਪੈਂਦੇ ਤੇ ਅਸੀਂ ਟ੍ਰੇਨਸ ਦਾ ਇਸਤੇਮਾਲ ਕਰਦੇ ਹਾਂ, ਬੱਸਾਂ ਦਾ ਇਸਤੇਮਾਲ ਕਰਦੇ ਹਾਂ ਇੱਕ ਥਾਂ ਤੋਂ ਦੂਜੀ ਥਾਂ ਜਾਣ ਲਈ। We use streets for walking and roads for driving। ਸੜਕਾਂ ਦਾ ਇਸਤੇਮਾਲ ਕਰਦੇ ਹਾਂ ਜੇ ਉਹ ਵਧੀਆ ਬਣੀਆਂ ਹੋਣ। ਫੁੱਟਪਾਥ ਦਾ ਇਸਤੇਮਾਲ ਕਰਦੇ ਹਾਂ ਸਾਈਕਲ ਚਲਾਉਣ ਦੇ ਲਈ, ਚੱਲਣ ਦੇ ਲਈ। People go to parks for relaxation। ਆਪਣੇ ਆਪ ਨੂੰ ਠੰਡਾ ਕਰਨ ਦੇ ਲਈ, ਸ਼ਾਂਤ ਕਰਨ ਦੇ ਲਈ ਲੋਕ ਪਾਰਕ ਜਾਂਦੇ ਨੇ। Children use grounds for playing। ਖੇਡਣ ਲਈ ਬੱਚੇ ਮੈਦਾਨ, ਗਰਾਊਂਡ ਜਾਂਦੇ ਨੇ। Street lights ਔਰ outdoor lights brighten our area। ਸਾਡੇ ਏਰੀਆ ਦੇ ਵਿੱਚ ਰੋਸ਼ਨੀ ਰਾਤ ਨੂੰ ਕੌਣ ਲੈ ਕੇ ਆਉਂਦਾ? ਸਟਰੀਟ ਲਾਈਟਸ ਲੈ ਕੇ ਆਉਂਦੀਆਂ ਨੇ। We are very much dependent on public assets। ਇਸੇ ਕਰਕੇ ਅਸੀਂ ਬਹੁਤ ਨਿਰਭਰ ਕਰਦੇ ਇਹਨਾਂ ਸਾਰੀਆਂ ਚੀਜ਼ਾਂ ਤੇ। ਅਗਲਾ, how some people damage public property। ਕੁਛ ਲੋਕ ਹੈਗੇ ਨੇ ਜੋ ਇਹਨਾਂ ਨੂੰ ਨੁਕਸਾਨ ਪਹੁੰਚਾ ਰਹੇ ਨੇ ਤੇ ਕਿਵੇਂ? In the following ways some people damage public property। ਇਹਨਾਂ ਤਰੀਕਿਆਂ ਦੇ ਨਾਲ ਕਰਦੇ ਨੇ। Digging in parks or grounds। ਖੋਦੀ ਜਾਣਗੇ, ਬੈਠ ਕੇ ਪੱਟੀ ਜਾਣਗੇ ਪਾਰਕ ਜਾਂ ਗਰਾਊਂਡ ਦੇ ਵਿੱਚ ਸਮਾਨ। Plucking flowers। ਫੁੱਲਾਂ ਨੂੰ ਤੋੜੀ ਜਾਣਗੇ। ਲੀਵਸ ਔਰ ਗ੍ਰਾਸ ਫਰੋਮ ਦ ਲੌਨ ਐਜ਼ ਵੈਲ ਐਜ਼ ਸਮॉल ਟਰੀਜ਼ ਜਸਟ ਬਾਈ ਨੇਚਰ ਆਫ ਹੈਬਿਟਸ। ਵੀ ਆਦਤ ਹੈਗੀ ਹੈ ਪੇੜ ਕੱਟੀ ਜਾਣਾ, ਪੱਤੇ ਤੋੜੀ ਜਾਣਾ, ਘਾਹ ਕੱਟੀ ਜਾਣਾ, ਫੁੱਲ ਤੋੜੀ ਜਾਣਾ, ਖੋਦੀ ਜਾਣਾ ਪਾਰਕ ਦੇ ਵਿੱਚ। ਰਾਈਟਿੰਗ ਔਨ ਬੈਂਚਿਸ ਆਫ ਪਾਰਕਸ। ਬੈਂਚ 'ਤੇ ਜਾ ਕੇ ਖੁਰਚੀ ਜਾਣਾ, ਲਿਖੀ ਜਾਣਾ। ਔਰ ਔਨ ਦ ਰੈਂਡਮ ਵਾਲਸ, ਜਿਹੜੀਆਂ ਕੰਧਾਂ ਹੁੰਦੀਆਂ ਨੇ ਉਹਦੇ 'ਤੇ ਜਾ ਕੇ ਕੁਛ ਨਾਮ ਲਿਖ ਦਿੰਦੇ ਆ। Poking seats of public property like buses, trains with sharp objects। ਸੀਟਾਂ ਜਿਹੜੀਆਂ ਹੁੰਦੀਆਂ ਨੇ ਟ੍ਰੇਨ ਦੀਆਂ, ਬੱਸਾਂ ਦੀਆਂ, ਉਹਨਾਂ 'ਚ ਖੁਰਚੀ ਜਾਣਗੇ ਨੁਕੀਲੀ ਚੀਜ਼। Throwing waste randomly on road। ਸੜਕ 'ਤੇ ਸਿੱਟੀ ਜਾਣਗੇ ਸਮਾਨ, ਹੋਰ ਕੁਛ ਨਹੀਂ, ਬਸ ਕਾਰ 'ਚੋਂ ਹੱਥ ਕੱਢਿਆ ਬਾਹਰ ਸਿੱਟਤਾ ਸਮਾਨ। ਐਂਡ ਨਾਟ ਇਨ ਦ ਡਸਟਬਿਨ। ਇੰਨਾ ਕਸ਼ਟ ਨਹੀਂ ਕਰਨਗੇ ਵੀ ਜਾ ਕੇ ਸਮਾਨ ਨੂੰ ਡਸਟਬਿਨ 'ਚ ਸਿੱਟ ਦੇਣ। Spitting anywhere ਔਰ ਯੂਰੀਨੇਟਿੰਗ ਔਨ ਦ ਵਾਲਸ। ਸੁਸੂ ਕਰ ਦੇਣਗੇ ਇੱਧਰ ਉੱਧਰ, ਥੁੱਕ ਦੇਣਗੇ ਇੱਧਰ ਉੱਧਰ, ਇਹ ਸਾਰੇ ਕੰਮ ਕਰਦੇ ਆ ਲੋਕ। ਅਗਲਾ, ਡੈਮੇਜਿੰਗ ਪਬਲਿਕ ਪ੍ਰੋਪਰਟੀਜ਼ ਆਰ ਓਨ ਲਾਸ। ਪਬਲਿਕ ਪ੍ਰੋਪਰਟੀ ਨੂੰ ਨੁਕਸਾਨ ਪਹੁੰਚਾਉਣਾ ਇੰਜ ਹੈਗਾ ਜਿਵੇਂ ਅਸੀਂ ਆਪਣੇ ਆਪ ਨੂੰ ਨੁਕਸਾਨ ਪਹੁੰਚਾ ਰਹੇ ਹਾਂ। ਕਿਵੇਂ? ਹਾਊ? ਦੇਖੋ ਇੱਥੇ ਮੈਂ ਆਨਸਰ ਲਿਖਿਆ ਹੈ, ਡੈਮੇਜਿੰਗ ਪਬਲਿਕ ਪ੍ਰੋਪਰਟੀਜ਼ ਆਰ ਓਨ ਲਾਸ ਹੈਗਾ ਸਾਡਾ ਆਪਣਾ ਨੁਕਸਾਨ ਹੈਗਾ। ਕਿਉਂ? ਬਿਕੋਜ਼ ਪਬਲਿਕ ਐਸੈਟਸ ਆਰ ਬਿਲਟ ਬਾਈ ਦ ਗਵਰਨਮੈਂਟ ਫॉर द यूज़ ऑफ पीपल। ऑल पीपल मतलब ਇਹ ਚੀਜ਼ਾਂ ਬਣਾਈਆਂ ਜਾਂਦੀਆਂ ਨੇ ਸਰਕਾਰ ਦੇ ਦੁਆਰਾ ਤਾਂ ਕਿ ਲੋਕ ਇਸਤੇਮਾਲ ਕਰ ਸਕਣ।
all these assets run on tax money। ਇਹ ਸਾਰੀਆਂ ਚੀਜ਼ਾਂ ਚੱਲਦੀਆਂ ਕਿਵੇਂ ਨੇ? ਸਰਕਾਰੀ ਖਾਤੇ ਤੋਂ ਜਿਹੜੇ ਪੈਸੇ ਅਸੀਂ ਭਰਦੇ ਹਾਂ ਟੈਕਸ ਰਾਹੀਂ। ਸੋ ਇਫ ਵੀ ਡੋਂਟ ਮੇਨਟੇਨ them, it is a waste of our own money too। ਜੇ ਇਹਨਾਂ ਨੂੰ ਆਪਾਂ ਦੇਖ ਰੇਖ ਕਰਾਂਗੇ ਹੀ ਨਹੀਂ ਤਾਂ ਇਹ ਤਾਂ ਸਾਡੇ ਪੈਸੇ ਦਾ ਨੁਕਸਾਨ ਹੋ ਗਿਆ ਨਾ, ਆਪਣੇ ਪੈਸੇ ਦਾ। Damage to these properties leads to lack of amenities for the people of the countries। ਇਹਨਾਂ ਦਾ ਨੁਕਸਾਨ ਕਰਨਾ ਮਤਲਬ ਲੋਕਾਂ ਲਈ ਚੀਜ਼ਾਂ ਨਾ ਦੇਣਾ, ਹੈ ਨਾ, ਉਹਨਾਂ ਨੂੰ ਸਹੂਲਤਾਂ ਨਾ ਦੇਣਾ। ਐਂਡ ਅਫੈਕਟਸ ਦ ਡਿਵੈਲਪਮੈਂਟ ਆਫ ਆਰ ਕੰਟਰੀ। ਤੇ ਸਾਡੀ ਦੇਸ਼ ਦੀ ਜਿਹੜੀ ਤਰੱਕੀ ਹੈ ਉਹਦੇ 'ਤੇ ਕਿਤੇ ਨਾ ਕਿਤੇ ਤਾਂ ਪ੍ਰਭਾਵ ਪੈਂਦਾ ਹੀ ਹੈ। if we don't take care of them, it creates a big problem for us when we need them। ਜੇ ਇਹਨਾਂ ਦੀ ਦੇਖਭਾਲ ਨਹੀਂ ਕਰਾਂਗੇ ਤਾਂ ਸਾਡਾ ਆਪਣਾ ਨੁਕਸਾਨ ਹੈ, ਕਿਉਂਕਿ ਜਦ ਸਾਨੂੰ ਲੋੜ ਹੋਏਗੀ ਫਿਰ ਉਹ ਚੀਜ਼ ਹੋਏਗੀ ਨਹੀਂ। ਚੌਥਾ ਸਵਾਲ, ਹਾਊ ਵਿਲ ਯੂ ਟੇਕ ਕੇਅਰ ਆਫ ਯਰ ਸਕੂਲ ਪ੍ਰੋਪਰਟੀ। ਤੁਸੀਂ ਆਪਣੇ ਸਕੂਲ ਦੀ ਪ੍ਰੋਪਰਟੀ ਦਾ ਦੇਖਭਾਲ ਕਿਵੇਂ ਕਰ ਸਕਦੇ ਹੋ? ਐਂਡ ਹਾਊ ਵਿਲ ਯੂ ਮੋਟੀਵੇਟ ਅਦਰਸ ਟੂ ਡੂ ਸੋ। ਤੇ ਦੂਜਿਆਂ ਨੂੰ ਪ੍ਰੋਤਸਾਹਿਤ ਕਿਵੇਂ ਕਰੋਗੇ ਵੀ ਚਲੋ ਇਹ ਕੰਮ ਕਰਨਾ ਚਾਹੀਦਾ, ਬਹੁਤ ਜ਼ਰੂਰੀ ਹੈਗਾ। Students can take care of their school property by doing the following things। ਇਹ ਚੀਜ਼ਾਂ ਕਰਕੇ ਉਹ ਦੇਖਭਾਲ ਕਰ ਸਕਦੇ ਨੇ। Do not make noise in the library। ਲਾਇਬ੍ਰੇਰੀ 'ਚ ਆਵਾਜ਼ ਨਹੀਂ ਕਰਨੀ ਚਾਹੀਦੀ। Keep library books neat and clean। ਉੱਥੇ ਜੋ ਕਿਤਾਬਾਂ ਹੈਗੀਆਂ ਨੇ ਉਂਝ ਆਪਣੀਆਂ ਕਿਤਾਬਾਂ ਨੂੰ ਵੀ ਸਾਫ਼ ਸੁਥਰਾ ਰੱਖਣਾ ਚਾਹੀਦਾ। Do not underline or fold or tear any pages of them। ਨਾ ਤਾਂ fold ਕਰੋ, ਨਾ ਫਾੜੋ, ਨਾ underline ਕਰੋ। Throw food scramble or any wet garbage in wet trash can। ਜਿਹੜਾ ਚਿਪਚਿਪਾ ਹੁੰਦਾ ਹੈ, ਗਿੱਲੀ ਚੀਜ਼ ਹੁੰਦੀ ਹੈ, ਉਹਨੂੰ ਇੱਕ ਵੱਖਰੇ ਡਸਟਬਿਨ 'ਚ ਸਿੱਟੋ, ਜਿਹਨੂੰ ਆਪਾਂ ਕਹਿੰਦੇ ਹਾਂ ਗਿੱਲਾ ਸਮਾਨ ਸਿੱਟਣ ਵਾਲਾ ਡਸਟਬਿਨ, ਕੈਨ ਯਾਨੀ ਡਸਟਬਿਨ। ਐਂਡ ਵੇਸਟ ਲਾਈਕ ਰੈਪਰਸ ਔਰ ਵੇਸਟ ਪੇਪਰ ਜਾਂ ਬੋਟਲਸ ਓਨਲੀ ਇਨ ਸੋਲਿਡ ਟਰੈਸ਼ ਕੈਨ। ਤੇ ਬਾਕੀ ਜਿਹੜਾ ਹੈਗਾ ਉਹ ਸੋਲਿਡ ਦੇ ਵਿੱਚ ਤੁਸੀਂ ਸਿੱਟ ਸਕਦੇ ਹੋ, ਜਿਹੜਾ ਗਿੱਲਾ ਨਹੀਂ ਹੈਗਾ, ਹੈ ਨਾ। Do not throw inside classroom or corridor or on the ground। ਨਾ ਤਾਂ ਕਲਾਸਰੂਮ ਦੇ ਅੰਦਰ ਸਿੱਟੋ, ਨਾ ਕੋਰੀਡੋਰ 'ਚ ਸਿੱਟੋ, ਤੇ ਨਾ ਹੀ ਗਰਾਊਂਡ ਸਮਾਨ ਸਿੱਟੋ। Do not write or mark anything on the school walls as well as benches with, ਇੱਥੇ ਆਏਗਾ, any sharp objects। ਕਿਸੇ ਵੀ ਨੋਕੀਲੀ ਚੀਜ਼ ਦੇ ਨਾਲ ਨਾ ਤਾਂ ਕੰਧਾਂ 'ਤੇ ਲਿਖੋ, ਨਾ ਬੈਂਚਾਂ 'ਤੇ ਲਿਖੋ, ਨਾ ਦੀਵਾਰਾਂ 'ਤੇ ਲਿਖੋ। Do not touch the window pane। ਜਿਹੜਾ ਕਿਨਾਰਾ ਹੁੰਦਾ ਹੈ ਖਿੜਕੀ ਦਾ ਉਹਨੂੰ ਨਾ, ਕਿਉਂਕਿ ਬੱਚੇ ਉਹ ਮਾਰ ਕੇ ਉਹ ਵੀ ਖਰਾਬ ਕਰਦੇ ਨੇ ਆਪਣਾ ਖਿੜਕੀ ਦਾ ਕੋਨੇ। ਸਵਿਚ ਆਫ ਦ ਫੈਨਸ ਐਂਡ ਲਾਈਟਸ ਆਫਟਰ ਯੂਜ਼ਿੰਗ them। ਪੱਖੇ ਬੰਦ ਕਰ ਦਿਓ, ਲਾਈਟਾਂ ਬੰਦ ਕਰ ਦਿਓ, ਜਦ ਤੁਸੀਂ ਯੂਜ਼ ਕਰ ਲਈਆਂ ਨੇ ਫਿਰ ਬੰਦ ਕਰੋ। ਕਲੋਜ਼ ਦ ਟੈਪਸ ਪ੍ਰੋਪਰਲੀ ਆਫਟਰ ਵਾਸ਼ਿੰਗ ਹੈਂਡਸ। ਹੱਥ ਧੋਣ ਤੋਂ ਬਾਅਦ ਬੰਦੇ ਐਵੇਂ ਹੀ ਛੱਡ ਦਿੰਦੇ ਨੇ ਨਲਕਾ ਵੀ, ਚਲੋ ਵਗੀ ਜਾ ਰਿਹਾ ਚੱਲੀ ਜਾਣ ਦਿਓ, ਉਹ ਨਹੀਂ ਕਰਨਾ ਚਾਹੀਦਾ। ਡੂ ਨਾਟ ਸਪਿਟ ਹੀਅਰ ਐਂਡ ਦੇਅਰ। ਇੱਧਰ ਉੱਧਰ ਥੁੱਕਣਾ ਵੀ ਨਹੀਂ ਚਾਹੀਦਾ। ਮੇਨਟੇਨ ਦ ਬਿਊਟੀ ਆਫ ਦ ਸਕੂਲ ਬਾਏ ਫੋਲੋਇੰਗ ਅ ਸਿੰਪਲ, ਇੱਥੇ ਆਏਗਾ ਬਾਏ ਫੋਲੋਇੰਗ ਸਿੰਪਲ ਰੂਲਸ, ਨਹੀਂ ਆਏਗਾ। ਇਹ ਜਿਹੜੀ ਬਿਊਟੀ ਹੈਗੀ ਹੈ, ਸੁੰਦਰਤਾ ਹੈਗੀ ਹੈ ਸਕੂਲ ਦੀ, ਇਹ ਕਾਇਮ ਰੱਖੋ ਇਹ ਸਿੰਪਲ ਜੇ ਰੂਲਸ ਨੂੰ ਮੰਨ ਕੇ। I capital ਆ ਜਾਏਗਾ। If any other student does nuisance, make them understand the good things with the help of the teachers। ਜੇ ਕੋਈ ਗਲਤ ਕਰ ਰਿਹਾ ਹੈ ਤਾਂ ਉਹਨਾਂ ਨੂੰ ਚੰਗੀ ਤਰ੍ਹਾਂ ਬੈਠ ਕੇ ਸਮਝਾਓ ਵੀ ਇਹਦੇ ਇਹ ਫਾਇਦੇ ਹੈਗੇ ਨੇ, ਇਹਨੂੰ ਨੁਕਸਾਨ ਨਾ ਪਹੁੰਚਾ। ਠੀਕ ਹੈ ਬੇਟਾ, ਤੇ ਇਹ ਸੀ ਅੱਜ ਦੀ ਕਲਾਸ। ਮੈਂ ਉਮੀਦ ਕਰਦੀ ਹਾਂ ਤੁਹਾਨੂੰ ਇਹ ਚੈਪਟਰ ਸਮਝ ਆ ਗਿਆ ਹੋਏਗਾ। ਜੇ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ। ਆਪਾਂ ਫੇਰ ਮਿਲਾਂਗੇ। ਟਿਲ ਦੈਨ ਟੇਕ ਕੇਅਰ, ਬਾਏ ਬਾਏ।